ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ 5ਵੇਂ ਦੀ ਬਾਣੀ। ਕੱਲ੍ਹ ਆਪਾਂ ਵਿਚਾਰ ਰਹੇ ਸੀ ਕਿ ਹਰੀ ਦੀ ਸੇਵਾ ਦੇ ਵਿੱਚ ਹੀ ਅਸਲੀ ਖਜ਼ਾਨਾ ਹੈ। ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਹਰੀ ਦੀ ਸੇਵਾ ਦੁਆਰਾ ਹੀ ਇਹ ਖਜ਼ਾਨਾ ਮਿਲਦਾ ਹੈ। ਫਿਰ ਹੀ ਅਸੀਂ ਮੁਖ ਤੋਂ ਉਸ ਸ਼ਬਦ ਦੀ ਵਿਚਾਰ ਕਰ ਸਕਦੇ ਹਾਂ, ਸੱਚੇ ਸ਼ਬਦ ਦੀ, ਜਿਸ ਨੂੰ ਅੰਮ੍ਰਿਤ ਵੀ ਕਿਹਾ ਹੈ, ਨਾਮ ਵੀ ਕਿਹਾ ਹੈ। ਅਤੇ ਅਸੀਂ ਹਰੀ ਦੇ ਨਾਲ ਇੱਕਮਿਕ ਹੋਣਾ ਹੁੰਦਾ ਹੈ। ਇਹ ਮੱਤ ਸਾਨੂੰ ਫਿਰ ਗੁਰ ਦੀ ਕਿਰਪਾ ਨਾਲ ਹੀ ਆਉਂਦੀ ਹੈ। ਗੁਰ ਕਿਰਪਾ 'ਤੇ ਇਹ ਮੱਤ ਆਵੈ, ਜਨ ਨਾਨਕ ਹਰਿ ਕੈ ਅੰਕ ਸਮਾਵੈ। ਉਸ ਪ੍ਰਭੂ ਦੇ ਵਿੱਚ ਆਪਾਂ ਸਮਾ ਜਾਂਦੇ, ਉਹ ਸਾਡੇ 'ਚ ਵੱਸ ਜਾਂਦਾ, ਆਪਾਂ ਉਸ ਵਿੱਚ ਵਸ ਜਾਂਦੇ ਹਾਂ। ਉਹ ਅਵਸਥਾ ਹੋ ਜਾਂਦੀ ਹੈ ਹਰ ਮੈਂ ਤਨ ਹੈ, ਤਨ ਮੈਂ ਹਰ ਹੈ। ਪਰ ਗੁਰ ਦੀ ਕਿਰਪਾ ਸਦਕਾ, ਗੁਰ ਨੂੰ ਕਮਾਉਣ ਦੇ ਨਾਲ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਆਸਾ ਮਹੱਲਾ 5ਵਾਂ। ਆਸਾ ਰਾਗ ਦੇ ਵਿੱਚ ਮਹੱਲੇ 5ਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਜਦੋਂ ਮੱਤ ਆ ਜਾਂਦੀ ਹੈ, ਹਰੀ ਦੀ ਸੇਵਾ ਦੇ ਵਿੱਚ ਮਨ ਲੱਗ ਜਾਂਦਾ ਹੈ, ਸਤਿਗੁਰ ਪੂਰਾ ਮਿਲ ਜਾਂਦਾ ਹੈ, ਫਿਰ ਮਨ ਵੀ ਸਦਾ ਆਨੰਦ ਵਿੱਚ ਰਹਿੰਦਾ ਹੈ। ਫਿਰ ਮਨ ਦੇ ਅੰਦਰ ਬੈਰਾਗ ਨਹੀਂ ਹੈ। ਬੈਰਾਗ ਕਦੋਂ ਤੱਕ ਹੈ? ਜਦ ਤੱਕ ਅਸੀਂ ਵਿਛੜੇ ਹਾਂ, ਜਾਂ ਜਦ ਤੱਕ ਅਸੀਂ ਸਤਿਗੁਰ ਦੇ ਨਾਲ ਜੁੜ ਜਾਂਦੇ ਹਾਂ। ਫਿਰ ਸਾਡੇ ਮਨ ਦਾ ਜਿਹੜਾ ਬੈਰਾਗ ਸੀ ਉਹ ਖਤਮ ਹੋ ਜਾਂਦਾ ਹੈ, ਕਿਉਂਕਿ ਜਿਸ ਦਾ ਮਿਲਣਾ ਸੀ ਉਸਨੂੰ ਮਿਲ ਲੈਂਦੇ ਹਾਂ। ਬੈਰਾਗ ਕਦੋਂ ਕਰਦਾ? ਜਦੋਂ ਅਸੀਂ ਪ੍ਰਭੂ ਤੋਂ ਦੂਰ ਹਾਂ। ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤਸਰ ਸਦ ਹੀ ਭਰਪੂਰਾ। ਸਾਡੀ ਮਨਸਾ ਦਾ ਦਾਤਾ ਹੈ, ਮਨਸਾ ਪੂਰੀ ਕਰਨ ਵਾਲਾ ਹੈ, ਆਸਾ ਪੂਰੀ ਕਰਨ ਵਾਲਾ ਹੈ। ਮਨ ਦੀ ਆਸਾ ਪੂਰੀ ਕਰਨ ਵਾਲਾ ਪ੍ਰਭੂ, ਸੁੱਖਾਂ ਦਾ ਖਜ਼ਾਨਾ, ਅੰਮ੍ਰਿਤਸਰ, ਅੰਮ੍ਰਿਤ ਦਾ ਸਰੋਵਰ, ਸਦ ਹੀ ਹਰ ਪਾਸੇ, ਸਦਾ ਸਦ ਹੀ ਭਰਪੂਰਾ। ਜਿੱਥੇ ਵੀ ਦੇਖਦੇ ਉੱਥੇ ਹੀ ਉਹ ਮਾਲਕ ਹੈ, ਪ੍ਰਗਟ ਹੋ ਜਾਂਦਾ ਹੈ। ਫਿਰ ਬੈਰਾਗ ਵੀ ਖਤਮ ਹੋ ਜਾਂਦਾ ਹੈ, ਫਿਰ ਆਨੰਦ ਹੀ ਆਨੰਦ ਹੈ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ। ਇਹ ਮਨ ਕਦੋਂ ਲੱਗਦਾ ਹੈ ਇਸ ਪਾਸੇ, ਪ੍ਰਭੂ ਦੇ ਨਾਲ ਜੁੜਦਾ ਹੈ, ਜਦੋਂ ਪ੍ਰਭੂ ਕਿਰਪਾ ਕਰਦਾ ਹੈ, ਕਿਉਂਕਿ ਉਸ ਦੀ ਦਇਆ 'ਤੇ ਨਿਰਭਰ ਹੈ ਉਹ ਕਿਰਪਾਲੂ। ਪਰ ਜਦੋਂ ਅਸੀਂ ਉਸ ਦੀ ਜਿਹੜੀ ਦਇਆ ਹੈ ਉਸ ਨੂੰ ਲੋਚਦੇ ਹਾਂ, ਉਸ ਦੀ ਕਿਰਪਾ ਨੂੰ ਲੋਚਦੇ ਹਾਂ, ਫਿਰ ਉਹ ਸਾਡੇ 'ਤੇ ਦਇਆ ਕਰਦਾ ਹੈ, ਕਿਰਪਾ ਕਰਦਾ ਹੈ। ਜਦੋਂ ਅਸੀਂ ਉਸ ਦੀ ਦਇਆ ਦੇ ਪਾਤਰ ਬਣਦੇ ਹਾਂ, ਫਿਰ ਸਾਡਾ ਮਨ
ਉਸ ਪ੍ਰਭੂ ਵੱਲ ਜੁੜਦਾ ਹੈ। ਫਿਰ ਸਤਿਗੁਰ ਦੀ ਸੇਵਾ ਦੇ ਵਿੱਚ ਲਾਉਂਦਾ ਹੈ। ਸਤਿਗੁਰ ਸੇਵ ਸਵੈ ਫਲ ਪਾਈ। ਫਿਰ ਸੱਚਾ ਗੁਰ ਮਿਲਦਾ ਹੈ। ਸੱਚੇ ਗੁਰ ਦੀ ਸੇਵਾ ਦੇ ਵਿੱਚ ਮਨ ਲੱਗਦਾ ਹੈ, ਜਿੱਥੇ ਫਿਰ ਸਾਨੂੰ ਉਹ ਫਲ ਪ੍ਰਾਪਤ ਹੁੰਦਾ ਹੈ ਜਿਹੜਾ ਮਨ ਦੇ ਵਾਸਤੇ ਹੈ। ਮਨ ਦੇ ਵਾਸਤੇ ਕਿਹੜਾ ਫਲ ਹੈ? ਨਾਮ, ਮੁਕਤੀ। ਸਭ ਤੋਂ ਸ੍ਰੇਸ਼ਟ ਜੋ ਹੈ ਮੁਕਤੀ। ਨਾਮ ਦੁਆਰਾ ਮੁਕਤੀ ਹੋਣੀ ਹੈ। ਚਰਨ ਕਮਲ ਰਿਦ ਅੰਤਰ ਤਾਰੇ। ਪ੍ਰਭੂ ਦੇ ਚਰਨ ਕਮਲ, ਗੁਰ ਹੀ ਜਿਸ ਨੂੰ ਕਹਿ ਦਿੰਦੇ ਹਾਂ। ਗੁਰ ਦਾ ਗਿਆਨ, ਗੁਰ ਦਾ ਸ਼ਬਦ, ਉਹੀ ਪ੍ਰਭੂ ਦੇ ਚਰਨ ਨੇ। ਜਦੋਂ ਅਸੀਂ ਮਨ ਦੇ ਵਿੱਚ ਵਸਾ ਲੈਂਦੇ ਹਾਂ, ਹਿਰਦੇ ਵਿੱਚ ਵਸਾ ਲੈਂਦੇ ਹਾਂ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ। ਫਿਰ ਜੋਤ ਪ੍ਰਗਟ ਹੋ ਜਾਂਦੀ ਹੈ। ਜਦੋਂ ਮਨ ਦੀ ਜੋਤ ਪ੍ਰਗਟ ਹੋ ਜਾਂਦੀ ਹੈ, ਆਪੇ ਦੀ ਪਹਿਚਾਣ ਹੋ ਜਾਂਦੀ ਤੇ ਪ੍ਰਭੂ ਦੀ ਪਹਿਚਾਣ ਹੋ ਜਾਂਦੀ, ਜਿਸ ਨੂੰ ਅਸੀਂ ਦੂਰ ਸਮਝਦੇ ਸੀ। ਫਿਰ ਸੋਝੀ ਹੋ ਜਾਂਦੀ ਕਿ ਸਦ ਹੀ ਭਰਪੂਰ ਹੈ, ਹਰ ਥਾਂ 'ਤੇ ਹੈ। ਕਿਉਂਕਿ ਜਦ ਤੱਕ ਸਾਡੇ ਅੰਦਰ ਅੰਧੇਰਾ ਹੈ, ਸਾਡੀ ਜੋਤ ਪ੍ਰਗਟ ਨਹੀਂ ਹੈ, ਅਸੀਂ ਉਸ ਨੂੰ ਦੂਰ ਸਮਝਦੇ ਹਾਂ। ਪਰ ਜਦੋਂ ਗੁਰ ਦੇ ਸ਼ਬਦ ਨੂੰ ਹਿਰਦੇ 'ਚ ਵਸਾ ਲੈਂਦੇ ਹਾਂ, ਫਿਰ ਜੋਤ ਪ੍ਰਗਟ ਹੋ ਜਾਂਦੀ ਹੈ। ਫਿਰ ਉਹ ਪਿਆਰੇ ਦਾ ਮਿਲਾਪ ਹੋ ਜਾਂਦਾ ਹੈ, ਕਿਉਂਕਿ ਉਹ ਤਾਂ ਹੈ ਹੀ ਹਰ ਥਾਂ, ਹਰ ਸਮੇਂ ਹੈ। ਅਸੀਂ ਉਸ ਤੋਂ ਭੁੱਲੇ ਹਾਂ, ਆਪੇ ਦੀ ਪਹਿਚਾਣ ਭੁੱਲ ਗਏ ਹਾਂ। ਪੰਜ ਸਖੀ ਮਿਲ ਮੰਗਲ ਗਾਇਆ। ਹੁਣ ਹੋਇਆ ਕਿਵੇਂ? ਪੰਜ ਸਖੀ, ਪੰਜ ਕੋਈ ਗਿਣਤੀ ਨਹੀਂ ਹੈ। ਪੰਜ ਹੁੰਦਾ ਜਿਹੜੇ ਉਸ ਪ੍ਰਭੂ ਨੂੰ ਪ੍ਰਵਾਨ ਹੋ ਜਾਂਦੀ ਹੈ। ਜਿਵੇਂ ਆਪਾਂ ਪਿੱਛੇ ਵੀ ਵਿਚਾਰ ਕੇ ਆਏ ਹਾਂ, ਵੀ ਜਿਹਨੂੰ ਆਪਣੀ ਰਾਣੀ ਬਣਾ ਲੈਂਦਾ ਹੈ, ਜਿਸ ਨੂੰ ਆਪਾਂ ਗੁਣਵਾਣੀ 'ਚ ਗੁਣਵੰਤੀ ਕਹਿ ਦਿੰਦੇ ਹਾਂ, ਜਿਸ ਨੂੰ ਆਪਾਂ ਸੁਲੱਖਣੀ ਕਹਿ ਦਿੰਦੇ ਹਾਂ, ਸੁੰਦਰ ਕਹਿ ਦਿੰਦੇ ਹਾਂ, ਵਿਚਖਣ ਕਹਿ ਦਿੰਦੇ ਹਾਂ, ਬਹੁਤ ਸਾਰੇ ਨਾਮ ਨੇ। ਉਸ ਨੂੰ, ਉਸ ਦਾ ਸੰਗ ਕਰਕੇ ਫਿਰ ਜਦੋਂ ਮੰਗਲ ਗਾਉਂਦੇ ਹਾਂ, ਉਹ ਫਿਰ ਸਾਨੂੰ ਅਨਹਦ ਗੁਰ ਦਾ ਜਿਹੜਾ ਸ਼ਬਦ ਹੈ, ਅਨਹਦ ਬਾਣੀ, ਅਨਹਦ ਸ਼ਬਦ ਕੀ ਹੈ? ਗੁਰ ਦਾ ਸ਼ਬਦ। ਫਿਰ ਉਹ ਇਹ ਸ਼ਬਦ ਵਜਾਉਂਦਾ ਹੈ, ਅਨਹਦ ਬਾਣੀ ਨਾਦ ਵਜਾਇਆ। ਫਿਰ ਉੱਥੇ ਅਨਹਦ ਬਾਣੀ ਜਿਹੜੀ, ਅਨਹਦ ਬਾਣੀ ਕੀ ਹੈ? ਅਨਹਦ ਬਾਣੀ ਗੁਰ ਸ਼ਬਦ ਜਾਣੀ। ਫਿਰ ਇਹ ਨਾਦ ਜਿਹੜਾ ਹੈ, ਆਪਾਂ ਇਸ ਨੂੰ, ਜਿਹਨੂੰ ਬਿਸਮਾਦ ਨਾਦ ਕਿਹਾ ਹੈ, ਉਹ ਪੰਜ ਸਖੀ ਜਿਹੜੀਆਂ ਫਿਰ ਮਿਲ ਕੇ ਉਹ ਨਾਦ ਵਜਾਉਂਦੀ ਹੈ। ਗੁਰ ਨਾਨਕ ਤੁੱਠਾ ਮਿਲਿਆ ਹਰ ਰਾਏ। ਫਿਰ ਉਹ ਗੁਰ ਸ਼ਬਦ ਖੁਸ਼ ਹੁੰਦਾ ਹੈ ਜਦੋਂ ਗੁਰ ਤੁੱਠਾ ਟੁੱਟ ਜਾਂਦਾ ਹੈ ਸਾਡੇ 'ਤੇ। ਜਦੋਂ ਅਸੀਂ ਉਸ ਗੁਰ ਨੂੰ ਲੈ ਕੇ ਉਸ 'ਤੇ ਵਿਸ਼ਵਾਸ ਕਰਕੇ ਮੰਨ ਕੇ ਚੱਲਦੇ ਹਾਂ, ਉਹ ਖੁਸ਼ ਹੋ ਜਾਂਦਾ ਹੈ। ਗੁਰੂ ਨਾਨਕ ਤੁੱਠਾ ਮਿਲਿਆ ਹਰ ਰਾਏ। ਫਿਰ ਹਰੀ ਰਾਏ ਪਰਮੇਸ਼ਰ ਦਾ ਮਿਲਾਪ ਹੋ ਗਿਆ। ਸੁਖ ਰਹਿਣ ਵਿਹਾਣੀ ਸਹਿਜ ਸੋ ਪਾਏ। ਕਹਿੰਦੇ ਹੁਣ ਇਹ ਜੀਵਨ ਰੂਪੀ ਜਿਹੜੀ ਰਹਿਣ ਹੈ, ਸੁੱਖਾਂ ਦੀ ਬੀਤ ਜਾ ਰਹੀ ਹੈ, ਕਿਉਂਕਿ ਸਹਿਜ ਨੂੰ ਪਾ ਗਿਆ ਹੈ। ਮਨ ਪ੍ਰਭੂ ਨੂੰ ਪਾ ਗਿਆ ਤੇ ਪ੍ਰਭੂ ਸਾਡੇ ਮਨ ਨੂੰ ਪਾ ਗਿਆ ਹੈ। ਫਿਰ ਵੈਰਾਗ ਨਹੀਂ ਹੈ। ਵੈਰਾਗ ਉਦੋਂ ਤੱਕ ਜਦੋਂ ਅਸੀਂ ਦੂਰ ਹਾਂ, ਜਦੋਂ ਸਾਨੂੰ ਸਾਰੇ ਪਾਸੇ ਭਰਪੂਰ ਦਿਸਦਾ ਹੈ। ਗਿਆਨ ਲੈ ਕੇ ਜਦੋਂ ਪ੍ਰਗਟ ਹੋ ਜਾਂਦਾ, ਜੋਤ ਪ੍ਰਗਟ ਹੋ ਜਾਂਦੀ ਹੈ। ਗੁਰ ਜਿਹੜੀ ਜੋਤ ਕਿਵੇਂ ਪ੍ਰਗਟ ਹੁੰਦੀ ਹੈ? ਜੋ ਸਾਡੇ ਸਾਰਿਆਂ 'ਚ ਹੀ ਵਸਦੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰ ਦੇ ਗਿਆਨ ਦੁਆਰਾ ਜੋਤ ਪ੍ਰਗਟ ਹੁੰਦੀ ਹੈ। ਫਿਰ ਪ੍ਰਭੂ ਦਾ ਮਿਲਾਪ ਹੁੰਦਾ ਹੈ। ਜਿਵੇਂ ਇੱਥੇ ਹੋਇਆ, ਗੁਰਮੁਖਾਂ ਨੇ ਦੱਸਿਆ ਆਪਾਂ ਨੂੰ ਕਿ ਇੱਦਾਂ ਸਾਡਾ ਪ੍ਰਭੂ ਦੇ ਨਾਲ ਮਿਲਾਪ ਹੋਇਆ। ਮਹੱਲੇ ਪੰਜਵੇਂ ਦੇ ਸਮੇਂ ਦੇ, ਪੰਚਮ ਪਾਤਸ਼ਾਹ ਜੀ ਦੇ ਸਮੇਂ ਦੇ ਜਿਹੜੇ ਗੁਰਸਿੱਖ ਸੀ, ਉਹਨਾਂ ਨੇ ਜਦੋਂ ਪ੍ਰਭੂ ਨੂੰ ਪਾਇਆ, ਫਿਰ ਉਹਨਾਂ ਨੇ ਸਾਨੂੰ ਉਹ ਬਿਆਨ ਕਰ ਦਿੱਤਾ, ਜਿਸ ਨੂੰ ਪੰਚ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਵਾ ਦਿੱਤਾ। ਕਿਉਂਕਿ ਸਹੀ ਗਿਆਨ ਸੀ, ਤਾਂ ਕਿ ਸਾਨੂੰ ਵੀ ਇਹ ਪਤਾ ਚੱਲ ਜਾਵੇ ਕਿ ਆਪਾਂ ਵੀ ਇਸ ਤਰੀਕੇ ਨਾਲ ਉਸ ਪ੍ਰਭੂ ਨੂੰ ਦੇਖ ਸਕਦੇ ਹਾਂ ਹਰ ਥਾਂ 'ਤੇ। ਕਿਹੜਾ ਤਰੀਕਾ ਵਰਤਿਆ, ਕਿਵੇਂ, ਸਾਰਾ ਕੁਛ ਹੀ ਇੱਥੇ ਸਾਨੂੰ ਸਮਝਾ ਦਿੱਤਾ ਹੈ।
आओ अगला शब्द फिर आसा राग दे विच, आसा महल्ले पंजवें दा है। आसा राग दे विच महल्ले पंजवें दा शब्द है। रहो पंक्तियां ने, ऐसा हर धन संचिए पाई। कहते ऐसा हरि दा धन प्राप्त करिए, संचिए प्राप्त कर लेना। पाहे ना जालै, जल नहीं डूबै, कि ना तो ਉਹਨੂੰ ਅੱਗ ਸੜ ਸਕਦੀ ਹੈ ਤੇ ਨਾ ਪਾਣੀ 'ਚ ਡੁੱਬਦਾ ਹੈ। ਨਾ ਅੱਗ ਦੇ ਵਿੱਚ ਸੜਦਾ ਹੈ, ਨਾ ਪਾਣੀ 'ਚ ਡੁੱਬਦਾ ਹੈ। ਸੰਗ ਛੋੜ ਕਰ ਕਤਹੂ ਨਾ ਜਾਈ, ਨਾ ਸਾਡਾ ਸੰਗ ਛੱਡ ਕੇ ਕਿਤੇ ਜਾਂਦਾ ਹੈ। ਐਸਾ ਧਨ ਸੰਚਦੇ ਹਨ ਉਹ ਜੀਵ ਜਿਨ੍ਹਾਂ 'ਤੇ ਪ੍ਰਭੂ ਕਿਰਪਾ ਕਰਦਾ ਹੈ। ये रहो पंक्तियां ने शब्द दियाँ, और शब्द शुरू करते हाँ। कर किरपा हर प्रगटी आया। कहते कर किरपा करके हरि प्रगट हो गया, जो गुप्त सी प्रगट हो गया। मिल सतगुर तन पूरा पाया। सतगुर नूं मिलिया, मिले पूरा तन प्राप्त हो गया, हरि प्रगट हो गया। क्योंकि गुर तो अगे सतगुर जो साढ़े सारे च वसदा है, गुर दे गया, जो अपना ही देता उसका बचन है गुर। फिर सतगुर द्वारा हरि प्रगट होता है। फिर हरि ही सानू एक खजाना देंदा है, आप मालिक। तोट न आवे, निखुट न जाए। कहते ऐसा धन प्राप्त हो गया, ना तोट आउंदी है ते ना निखुटदा है, खत्म नहीं होने वाला, अखुट खजाना है। खाए खर्च मन रहा आगाए। खाई जाइए, खर्ची जाइए, मन तृप्त है, रजिया है, तोट नहीं आउंदी। ऐसा धन जिहड़ा प्रभु का खजाना कदों मिलता है? सतगुर नूं मिल के हरि प्रगट हो जाता है, फिर एक खजाना प्राप्त होता है। ऐसा खजाना है ना अग साड़ सकती है, तो ना पानी डुब हो सकता है, ना साडा संग छड्ड के किते जाता है। ना पानी च डुबे, ना अग सड़े, ना साडा संग छड्ड के किते जाए। ऐसा धन है जिहड़ा प्राप्त होता है। जिन्ना मर्जी खाई जाइए, खर्ची जाइए, तोट नहीं आउंदी। खावे खर्चा रल मिल पाई, तोट ना आवे, बद हो जाई, समत वधदा है। सो सच सा जिस कर हर तन संचाना। वो कहते सच्चा सा है जिस घर दे विच हरि दा तन है। आप प्रभु ने एक खजाना बख्शिश किया है। इस धन ते सब जग वरसाना। फिर वो इस धन द्वारा सारे जग नूं वरसाउंदा है, ज्ञान दिंदा है। सारे जग नूं गुर दा ज्ञान दिंदा है। पर जिस नूं प्रभु ने आप प्रगट होके एक खजाना बख्शिश किया है, वो सच्चा सा है। हालांकि सा परमेश्वर है, पर परमेश्वर ने उसके कोल एक खजाना रखा है। क्योंकि कोई जीव कहे कि ये मेरा खजाना है या मैं शाह, ऐसा नहीं है। जिवें चौथे पातशाह जी आसा दी वार दे विच सानू समझाउंदे ने कि शाह तां असली तू ही है, पर बंजारे तेरे ही ने। जिही जी किसी भांडे च वस्तु पा देंदा है, उही जी निकलदी है। इदां ही सानू परमेश्वर ने भगती का खजाना बख्शिया है, ते असी प्रभु की सिफ सलाह करते हाँ। महाराज समझाउंदे ने आसा दी वार दे विच आपां पढ़दे हाँ। सच सा हमारा तू धनी, सब जगत बंजारा राम राजे। भी तू ही असली धनी है, तू ही साडा सच्चा सा है। सब भांडे तुद दे साजिया, बिच वस्त हर थारा। सारे भांडे तू ही साजे ने, सारे भांडे च वस्त भी तेरी है। जिही जी तू पाउंदा होई जी निकलदी। जो पावै भांडे विच वस्त सा निकलै।
क्या कोई करे बेचारा। कहते क्या कोई करेगा, ਜਿਹੀ जी भांडे च वस्तु पाएगा ਉਹੀ जी निकलती है। जन नानक को हर बख्शिया हर भगत भंडारा। ਤੇ ਸਾਨੂੰ ਕਹਿੰਦੇ ਹਰੀ ਨੇ ਇਹ ਭਗਤੀ ਦਾ ਭੰਡਾਰ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਅਸੀਂ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਾਂ, ਕਿਉਂਕਿ ਸਾਰੇ ਜੱਗ ਨੂੰ ਵਰਤਾ ਦਈਏ ਤੋਟ ਨਹੀਂ ਆਏਗੀ, ਵੱਧਦਾ ਜਾਏਗਾ। ਪਰ ਕਿੱਥੇ ਹੁੰਦੀ ਅਵਸਥਾ ਜਿੱਥੇ ਆਪ ਪ੍ਰਭੂ ਵਸਦਾ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ, तिचर मूल ना थोड़ी दो जिचर आप किरपाल, शब्द अखुट बाबा नानका खाए खर्च तन माल। भी फिर तोट नहीं आती, थोड़ा नहीं है। फिर सारे संसार नूं भी वरता दईए, तोट नहीं आएगी, क्योंकि जिन्होंने एक खजाना बख्शिश किया है ਉਹਨਾਂ ਨੂੰ ਪੁੱਛਦਾ ਵੀ ਨਹੀਂ ਹੈ। ਇਹ ਵੀ ਇੱਕ ਪਰਮੇਸ਼ਰ ਦੀ ਬਹੁਤ ਵੱਡੀ ਵਡਿਆਈ ਹੈ। ਆਪਾਂ ਵੀ ਕਿਸੇ ਨੂੰ ਖਜ਼ਾਨਾ ਦੇ ਕਿਤੇ ਲਾ ਦਈਏ, ਕੁਛ ਡਿਊਟੀ ਲਾ ਦਈਏ ਜਾਂ ਕਹਿ ਦਈਏ ਕਿ ਆ ਤੇਰੀ ਜ਼ਿੰਮੇਵਾਰੀ, ਹਾਂ ਕੰਮ ਤੈਂ ਹੀ ਕਰਨਾ, ਪਰ ਅਸੀਂ ਫਿਰ ਪੁੱਛਦੇ ਹਾਂ, ਦੇਖਦੇ ਹਾਂ ਵੀ ਘਾਟਾ ਤਾਂ ਨਹੀਂ ਪਾ ਦਿੱਤਾ। ਲੇਕਿਨ ਪ੍ਰਭੂ ਐਸਾ ਹੈ ਜਿਸ ਨੂੰ ਇਹ ਭਗਤੀ ਦਾ ਭੰਡਾਰ ਬਖਸ਼ ਦਿੰਦਾ ਹੈ, ਉਹਨਾਂ ਤੋਂ ਪੁੱਛਦਾ ਨਹੀਂ ਹੈ। जिन को सौंपे भंडार तिन पुछ न लीतियन। कहते उन्होंने तो फिर पुछता नहीं है। ऐसा खजाना है जिमें आप सुनते हाँ गुरु नानक साहब महाराज जी बारे। हालांकि गुरु नानक साहब जी महाराज ने ये स्पष्ट कर दिता, क्योंकि असी गुरु नानक साहब जी को किसी का नौकर बना दिता। लेकिन गुरु नानक साहब महाराज अपनी बाणी च लिखते हैं कि साडा तां शरीर ही हट है, पर उस प्रभु दा ਇਹ ਤਨ ਹਾਟ ਸਰਾਫ ਕੋ ਪਾਈ, ਬਖਰ ਨਾਮ ਵਪਾਰ। ਕਹਿੰਦੇ ਸਾਡੇ ਕੋਲ ਤਾਂ ਨਾਮ ਦਾ ਵਪਾਰ ਹੈ, ਉਹ ਖਜ਼ਾਨਾ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਨੇ ਫਿਰ ਉਹ ਤੇਰਾ ਕਰਕੇ ਵਰਤਾਇਆ ਕਿ ਕਿਸ ਦੀ ਕੋਈ ਕੀਮਤ ਨਹੀਂ ਹੈ। ਅਮੁੱਲ ਖਜ਼ਾਨਾ ਹੈ, ਅਮੁੱਲ ਵਪਾਰੀ ਨੇ, ਅਮੁੱਲ ਵਸਤੂ ਲੈਂਦੇ ਨੇ, ਦਿੰਦੇ ਨੇ, ਤਨ ਮਨ ਲੈ ਕੇ ਇਸ ਖਜ਼ਾਨਾ ਸੌਂਪਿਆ ਜਾਂਦਾ। ਉਸ ਦੀ ਕੋਈ ਸੰਸਾਰੀ ਕੀਮਤ ਨਹੀਂ ਹੈ। ਇਸ ਕਰਕੇ ਸਾਨੂੰ ਸਮਝਾਇਆ ਵੀ ਜਿਨ੍ਹਾਂ ਨੂੰ ਪ੍ਰਭੂ ਦਿੰਦਾ ਹੈ ਉਹ ਫਿਰ ਇਹ ਬਰਸਾਉਂਦੇ ਨੇ। ਇਹ ਵਪਾਰ ਸੋ ਦ੍ਰਿੜ ਹੈ ਭਾਈ ਗੁਰ ਸ਼ਬਦ ਕਰੇ ਵਿਚਾਰ। ਇਹ ਵਪਾਰ ਕੌਣ ਦ੍ਰਿੜਦਾ ਹੈ? ਦ੍ਰਿੜ ਕਰਦਾ ਹੈ ਗੁਰ ਸ਼ਬਦ ਦੀ ਵਿਚਾਰ ਕਰਦਾ ਹੈ। ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ। ਪ੍ਰਭੂ ਦੇ ਨਾਲ ਮਿਲਾਪ ਦਾ ਵਪਾਰ ਕਰਦਾ ਹੈ। ਤਿੰਨ ਹਰ ਧਨ ਪਾਇਆ ਜਿਸ ਪੁਰਬ ਲਿਖ ਕਾ ਲੈਣਾ। ਕਹਿੰਦੇ ਹਰੀ ਦਾ ਧਨ ਕੌਣ ਪਾਉਂਦਾ ਹੈ? ਜਿਸ ਨੂੰ ਪੁਰਬ ਦਾ ਲਿਖਿਆ ਲੈਣਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਬਾਅਦ ਜੋ ਅਗਲੇ ਪਦਵੀ ਗੱਦੀ ਮਿਲੀ, ਭਾਈ ਲੈਣਾ ਜੀ, ਕਿਉਂਕਿ ਲੈਣਾ ਸੀ। ਇੱਦਾਂ ਹੀ ਜਿੰਨਾ ਪ੍ਰਭੂ ਨੇ ਇਹ ਖਜ਼ਾਨਾ ਦੇਣਾ ਹੈ ਕਿ ਇਹਨਾਂ ਨੂੰ ਜਿਨ੍ਹਾਂ ਦਾ ਪੁਰਬ ਲਿਖੇ ਦਾ ਲੈਣਾ ਹੈ। ਤਿੰਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲੈਣਾ, ਨਾ ਜਨ ਨਾਨਕ ਅੰਤਵਾਰ ਨਾਮ ਗਹਿਣਾ। ਅੰਤਵਾਰ ਇਹ ਨਾਮ ਦਾ ਗਹਿਣਾ ਹੈ। ਜੇ ਅਸੀਂ ਪ੍ਰਾਪਤ ਕਰ ਲਿਆ ਫਿਰ ਸਾਨੂੰ ਜਨਮ ਮਰਨ ਦੇ ਵਿੱਚ ਨਹੀਂ ਆਉਣਾ ਪਏਗਾ। ਫਿਰ ਇਹ ਸਾਡਾ ਮਨੁੱਖਾ ਜਨਮ ਹੈ ਜਿਹੜਾ, ਇਹ ਅੰਤਲੀ ਵਾਰੀ ਹੈ, ਅਖੀਰਲੀ ਵਾਰੀ ਹੈ। ਇਸ ਤੋਂ ਬਾਅਦ ਕਿੱਥੇ ਵਾਸਾ ਹੋ ਜਾਂਦਾ ਹੈ? ਪ੍ਰਭੂ ਦੇ ਚਰਨਾਂ ਦੇ ਵਿੱਚ। ਨਾ ਨਰਕ ਜਾਈਏ ਤੇ ਨਾ ਸੁਰਗ ਜਾਈਏ, ਦੋਨੋਂ ਹੀ ਅਸੀਂ ਰੱਦ ਦਿੰਦੇ ਹਾਂ। ਕਿਆ नरक क्या सुर्ग विचारे, संतन दो राधे। हम किसी की कान न कर दे सतगुर का प्रसादे। कबीर चरण कमल की मौज में रहूं अंत हर आथ। नरक सुर्ग ते मैं रहो सतगुर का प्रसाद, चरण कमल की मौज में रहूं अंत हर आथ। ਉੱਥੇ ਵਾਸਾ ਹੋ ਜਾਂਦਾ ਹੈ। ਇਹ ਨਾਮ ਗਹਿਣਾ ਹੈ।
ਫਿਰ ਸਾਨੂੰ ਜਿਵੇਂ ਆਪਾਂ ਦੇਖਦੇ ਹਾਂ ਜਦੋਂ ਸੁਹਾਗਣ ਬਣਦੀ ਹੈ ਕੋਈ ਇਸਤਰੀ, ਉਸ ਨੂੰ ਗਹਿਣੇ ਪਾਏ ਜਾਂਦੇ ਨੇ। ਇੱਥੇ ਨਾਮ ਦਾ ਗਹਿਣਾ ਹੈ, ਜਿਹਨੂੰ ਪ੍ਰਭੂ ਇਹ ਗਹਿਣਾ ਪਹਿਨਾ ਦਿੰਦਾ ਹੈ, ਆਪਣਾ ਬਣਾ ਲੈਂਦਾ ਹੈ, ਉਸ ਨੂੰ ਫਿਰ ਕਦੇ ਵੀ ਵਿਛੋੜਾ ਨਹੀਂ ਹੈ, ਪ੍ਰਭੂ ਤੋਂ ਕਦੇ ਵਿਛੜਦਾ ਨਹੀਂ ਹੈ। ਆਓ ਅਗਲਾ ਸ਼ਬਦ ਫਿਰ ਆਸਾ ਰਾਗ ਦੇ ਵਿੱਚ, ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ, ਜੋ ਜਨਮੈ ਸੋ ਜਾਨੋ ਮੂਆ, ਗੋਬਿੰਦ ਭਗਤ ਅਸਥਿਰ ਹੈ ਥੀਆ। ਵੀ ਜੋ ਜਨਮ ਪਿਆ, ਜਨਮ ਦਾ ਕੀ ਹੈ? ਸਰੀਰ, ਉਹ ਸਮਝ ਲਓ ਫਿਰ ਮਰਨਾ ਹੈ। ਕੋਈ ਵੀ ਆਇਆ ਪੀਰ ਪੈਗੰਬਰ, ਕਿਸੇ ਦਾ ਵੀ ਸਰੀਰ ਨੇ ਜਨਮ ਲਿਆ ਤੇ ਮਰਿਆ, ਕੋਈ ਨਹੀਂ ਰਹਿ ਸਕਦਾ, ਕਿਉਂਕਿ ਸਰੀਰ ਕਾਲ ਦੇ ਦੇਸ਼ 'ਚ ਪੈਦਾ ਹੁੰਦਾ ਹੈ ਤੇ ਕਾਲ ਹੀ ਇਸ ਨੂੰ ਖਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਝਾਉਂਦੇ ਨੇ, ਕਾਲ ਕੇ ਬਣਾਏ ਸਭੈ ਕਾਲ ਹੀ ਚਬਾਏ ਹੈ। ਕਹਿੰਦੇ ਜਿਹੜਾ ਕਾਲ ਤੋਂ ਬਣਿਆ ਹੋਇਆ ਸਭ ਕੁਛ, ਉਹ ਕਾਲ ਨੇ ਹੀ ਉਸ ਨੂੰ ਨਾਸ ਕਰ ਦੇਣਾ ਹੈ, ਕਾਲ ਹੀ ਖਾ ਜਾਂਦਾ ਹੈ। ਲੇਕਿਨ ਜਿਹੜਾ ਸਾਡਾ ਮਨ ਹੈ, ਇਹ ਕਾਲ ਦਾ ਬਣਾਇਆ ਨਹੀਂ ਹੈ, ਇਹ ਪਰਮੇਸ਼ਰ ਤੋਂ ਪੈਦਾ ਹੋਇਆ ਹੈ। ਇਸ ਕਰਕੇ ਇਸ ਨੇ ਪਰਮੇਸ਼ਰ 'ਚ ਹੀ ਸਮਾਉਣਾ ਹੈ ਜਾ ਕੇ। ਆਪਾਂ ਜਨਮ ਮਰਨ ਦੇ ਵਿੱਚ ਨਹੀਂ ਹਾਂ। ਮਨ ਸਾਡਾ ਵਿਨਾਸ਼ੀ ਹੈ, ਲੇਕਿਨ ਅਸਥੂਲ ਹੋ ਗਿਆ। ਅਸਥੂਲ ਹੋਏ ਨੂੰ ਪਕੜ ਕੇ ਬਾਰ-ਬਾਰ ਜੂਨਾਂ ਦੇ ਵਿੱਚ ਜਾਣਾ ਪੈਂਦਾ ਹੈ, ਜਦੋਂ ਤੱਕ ਫਿਰ ਪ੍ਰਕਾਸ਼ ਰੂਪ ਹੋ ਕੇ ਪ੍ਰਭੂ 'ਚ ਨਹੀਂ ਸਮਾਉਂਦਾ। ਵਿਛੜ ਗਿਆ ਹੈ, ਮੈਲਾ ਹੋ ਗਿਆ ਹੈ। ਜਿਵੇਂ ਬੂੰਦ ਕੋਈ ਮੈਲੀ ਹੋ ਜਾਵੇ, ਸਮਾਉਂਦੀ ਨਹੀਂ, ਇੱਦਾਂ ਹੀ ਸਾਡਾ ਮਨ ਮੈਲਾ ਹੈ। ਜਦੋਂ ਇਹ ਫਿਰ ਪ੍ਰਕਾਸ਼ ਹੋ ਗਿਆ, ਫਿਰ ਉਹਦੇ ਸਮਾਉਂਦਾ ਹੈ। ਇਸ ਕਰਕੇ ਸਮਝਾਉਂਦੇ ਨੇ ਵੀ ਗੋਬਿੰਦ ਭਗਤ ਅਸਥਿਰ ਹੈ ਥੀਆ। ਜਿਹੜਾ ਗੋਬਿੰਦ ਭਗਤ ਹੋ ਗਿਆ, ਉਹਦਾ ਭਗਤੀ ਕਦੋਂ ਸ਼ੁਰੂ ਹੁੰਦੀ? ਜਦੋਂ ਮਨ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਕਾਸ਼ ਹੁੰਦਾ ਹੈ ਗੁਰ ਦੇ ਗਿਆਨ ਦੁਆਰਾ, ਨਾਮ ਦੁਆਰਾ, ਤੇ ਫਿਰ ਉਹ ਅਸਥਿਰ ਹੋ ਜਾਂਦਾ ਹੈ। ਫਿਰ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ, ਫਿਰ ਜੂਨਾ ਤੋਂ ਰਹਿਤ ਹੋ ਜਾਂਦਾ ਹੈ। ਆਓ ਜਿਹੜਾ ਸੰਸਾਰ ਹੈ, ਇਹਦੇ ਬਾਰੇ ਮਹਾਰਾਜ ਹੁਣ ਸਮਝਾਉਂਦੇ ਨੇ। ਜੈਸੇ ਕਿਰਸਾਨ ਬੋਵੈ ਕਿਰਸਾਨੀ, ਵੀ ਜਿਵੇਂ ਕਿਰਸਾਨ ਖੇਤੀ ਕਰਦਾ ਹੈ, ਫਸਲ ਬੀਜਦਾ ਹੈ। ਕਿਰਸਾਨ ਨੇ ਫਸਲ ਬੀਜੀ ਖੇਤ ਦੇ ਵਿੱਚ, ਕਾਚੀ ਪਾਕੀ ਬਾੜ ਪੁਰਾਣੀ। ਫਿਰ ਹੁਣ ਜਿਹਨੇ ਬੀਜੀ ਉਹਦੀ ਮੌਜ ਹੈ, ਉਹ ਕੱਚੀ ਨੂੰ ਵੱਢੇ, ਪੱਕੀ ਨੂੰ ਵੱਢੇ, ਕੋਈ ਦੂਜਾ ਨਹੀਂ ਕੁਛ ਕਹਿੰਦਾ ਉਸ ਨੂੰ, ਕਿਉਂਕਿ ਉਹਨੇ ਬੀਜੀ ਹੈ, ਚਾਹੇ ਕੱਚੀ ਵੱਢ ਲਵੇ ਚਾਹੇ ਪੱਕੀ। ਇੱਦਾਂ ਹੀ ਜਿਹੜਾ ਇਹ ਸਾਡਾ ਇਹ ਸਰੀਰ ਨੇ, ਇਹ ਦ੍ਰਿਸ਼ਟ ਮਨ ਮਾਇਆ ਹੈ, ਇਹ ਪ੍ਰਭੂ ਦੀ ਖੇਤੀ ਹੈ, ਜੋ ਉਸ ਦੀ ਹੀ ਬੀਜੀ ਹੋਈ ਹੈ। ਚਾਹੇ ਕਿਸੇ ਨੂੰ ਬਚਪਨ 'ਚ ਲੈ ਜਾਵੇ, ਚਾਹੇ ਗਰਭ 'ਚ ਹੀ ਗਾਲ ਦੇਵੇ, ਚਾਹੇ ਬਚਪਨ ਦੇ ਵਿੱਚ ਲੈ ਜਾਵੇ, ਚਾਹੇ ਜਵਾਨੀ ਦੇ ਵਿੱਚ ਲੈ ਜਾਵੇ, ਚਾਹੇ ਬੁਢੇਪੇ ਦੇ ਵਿੱਚ ਲੈ ਜਾਵੇ, ਕਿਉਂਕਿ ਫਿਰ ਤਾਂ ਜਾਣਾ ਹੀ ਪੈਣਾ ਹੈ। ਪੱਕੀ ਫਸਲ ਤਾਂ ਇਹ ਉਹਦੀ ਮੌਜ ਹੈ, ਪਰ ਜਾਣਾ ਲਾਜ਼ਮੀ ਹੈ। ਸਰੀਰਕ ਰਹਿਣਾ ਕਿਸੇ ਦਾ ਨਹੀਂ। ਜੋ ਜਨਮਿਆ ਉਸਨੇ ਮਰਨਾ ਹੀ ਮਰਨਾ ਹੈ। ਦਿਨ ਤੇ ਸਰ ਪਰ ਪਹੁੰਚੀ ਰਾਤ। ਜਿਵੇਂ ਆਪਾਂ ਦੇਖਦੇ ਹਾਂ ਕਿ ਦਿਨ ਚੜ੍ਹਦਾ ਹੈ, ਦਿਨ ਦਾ ਐਂਡ ਹੋ ਜਾਂਦਾ ਹੈ, ਫਿਰ ਰਾਤ ਆਉਂਦੀ ਹੈ। ਇਹ ਨਹੀਂ ਵੀ ਦਿਨੇ ਰਹੇਗਾ, ਬਦਲਦਾ ਹੈ। ਇੱਦਾਂ ਜੰਮਦਾ ਹੈ, ਮਰਦਾ ਹੈ, ਦਿਨ ਚੜ੍ਹਦਾ ਹੈ, ਰਾਤ ਆਉਂਦੀ ਹੈ, ਦਿਨ ਖਤਮ ਹੋ ਜਾਂਦਾ ਹੈ, ਫਿਰ ਰਾਤ ਖਤਮ ਹੋ ਜਾਂਦੀ, ਫਿਰ ਦਿਨ ਚੜ੍ਹਦਾ ਹੈ। ਰਹਿਣ ਗਈ ਫਿਰ ਹੋਏ ਪ੍ਰਭਾਤ। ਇੱਦਾਂ ਫਿਰ ਰਾਤ ਖਤਮ ਹੋਈ, ਫਿਰ ਸਵੇਰ ਹੋ ਜਾਂਦੀ ਹੈ। ਇੱਦਾਂ ਹੀ ਸੰਸਾਰ ਚੱਲਦਾ ਹੈ। ਮਾਇਆ ਮੋਹੇ ਸੋਏ ਰਹੇ ਅਪਾਗੇ। ਕਹਿੰਦੇ ਮਾਇਆ 'ਚ ਮੋਹਿਆ ਜੀਵ ਹੈ ਜਿਹੜਾ, ਉਹ ਸੁੱਤਾ ਪਿਆ ਹੈ, ਅਪਾਗਾ ਹੈ, ਭਾਗਾਂ ਤੋਂ ਹੀਣਾ ਹੈ, ਕਿਉਂਕਿ ਸਰੀਰ ਮਾਇਆ ਹੈ। ਇਸ ਨੇ ਇੱਕ ਦਿਨ ਮਰਨਾ ਹੈ, ਨਾਸ ਹੋ ਜਾਣਾ ਹੈ। ਪਰ ਮਨੁੱਖ ਮਾਇਆ ਦੇ ਵਿੱਚ ਇੰਨਾ ਗੁਲਤਾਨ ਹੋਇਆ ਹੈ, ਸੋਇਆ ਹੈ ਕਿ ਇਸੇ ਨੂੰ ਸੱਚ ਸਮਝ ਕੇ ਬੈਠ ਗਿਆ ਹੈ, ਭਾਗਾਂ ਤੋਂ ਹੀਣਾ ਹੈ। ਗੁਰ ਪ੍ਰਸਾਦ ਕੋ ਵਿਰਲਾ ਜਾ ਕੇ। ਕੋਈ ਵਿਰਲਾ ਹੈ ਜਿਹੜਾ ਗੁਰ ਦਾ ਗਿਆਨ ਲੈ ਕੇ, ਗੁਰ ਨੂੰ ਕਮਾ ਕੇ
फिर जागदा है, नहीं तो सुत्ता है। सारा संसार सुत्ता है इस माया दे विच। सुतड़े असंख, माया झूठी कारने, नानक से जगन जे रसना नाम उचारने। ਜਿਹੜੇ ਜਾਗਦੇ ਨੇ ਉਹ ਫਿਰ ਰਸਨਾ ਦੁਆਰਾ ਸਾਨੂੰ ਨਾਮ ਦਾ ਭੇਦ ਦਿੰਦੇ ਨੇ, ਗੁਰ ਦਾ ਗਿਆਨ ਦਿੰਦੇ ਨੇ। ਅਸੰਖਾਂ ਦੀ ਗਿਣਤੀ ਸੁੱਤੇ ਨੇ। ਕਹੋ ਨਾਨਕ ਗੁਣ ਗਾਈਐ ਨੀਤ, ਜਿਹੜਾ ਗੁਰ ਦੀ ਕਿਰਪਾ ਨਾਲ ਜਾਗਦਾ ਹੈ ਉਹ ਫਿਰ ਨਿਤ ਪ੍ਰਭੂ ਦੇ ਗੁਣ ਗਾਉਂਦਾ ਹੈ। ਮੁਖ ਉਜਲ ਹੋਏ ਨਿਰਮਲ ਚੀਤ, ਉਹਦਾ ਮੁਖ ਉਜਲ ਹੈ, ਪ੍ਰਕਾਸ਼ ਹੈ, ਚਿੱਤ ਉਸਦਾ ਨਿਰਮਲ ਹੁੰਦਾ ਹੈ, ਨਿਤ ਪ੍ਰਭੂ ਦੇ ਗੁਣ ਗਾਉਂਦਾ ਹੈ। ਉਸਨੂੰ ਇਹ ਫਿਰ ਸੋਝੀ ਹੋ ਜਾਂਦੀ ਹੈ ਕਿ ਸੰਸਾਰ ਨਾਸਵਾਨ ਹੈ। ਇਸ ਕਰਕੇ ਸਾਡਾ ਜੀਵਨ ਦਾ ਅਸਲੀ ਮਨੋਰਥ ਕਿਆ ਹੈ? ਪ੍ਰਭੂ ਦੇ ਗੁਣ ਗਾਉਣੇ, ਪ੍ਰਭੂ ਦੀ ਸਿਫਤ ਸਲਾਹ ਕਰਨੀ। ਜੇ ਅਸੀਂ ਪ੍ਰਭੂ ਦੇ ਗੁਣ ਨਹੀਂ ਗਾਏ ਫਿਰ ਸਾਡਾ ਜਨਮ ਵਿਅਰਥ ਚਲੇ ਜਾਂਦਾ ਹੈ। ਇਸ ਕਰਕੇ ਮੇਰਾ ਸਮਝਾਉਂਦੇ ਨੇ ਕਿ ਇੱਦਾਂ ਆਪਾਂ ਪ੍ਰਭੂ ਨੂੰ ਭਜਣਾ ਹੈ ਜਿਵੇਂ ਮੱਛੀ ਪਾਣੀ ਨੂੰ ਭਜਦੀ ਹੈ, ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਇੱਦਾਂ ਅਸੀਂ ਪ੍ਰਭੂ ਤੋਂ ਬਿਨਾਂ ਨਹੀਂ ਰਹਿ ਸਕਦੇ। ਇੱਦਾਂ ਆਪਾਂ ਚੱਲਣਾ ਹੈ। ਜੇ ਆਪਾਂ ਇਹ ਨਾ ਕੀਤਾ, ਜੇ ਗੁਣ ਨਹੀਂ ਗਾਏ, ਫਿਰ ਜਨਮ ਸਾਡਾ ਵਿਅਰਥ ਚਲੇ ਜਾਂਦਾ ਹੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹਿੰਦੇ ਅਕਾਰਥ ਹੀ ਚਲੇ ਗਿਆ। ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਆਓ ਅਗਲਾ ਫਿਰ ਸ਼ਬਦ ਆਸਾ ਰਾਗ ਦੇ ਵਿੱਚ, ਆਸਾ ਮਹੱਲਾ ਪੰਜਵਾਂ, ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ। ਜਦੋਂ ਪ੍ਰਭੂ ਆਪਣਾ ਹੋ ਜਾਂਦਾ ਹੈ, ਪਿਆਰ ਪੈ ਜਾਂਦਾ ਪ੍ਰਭੂ ਦੇ ਨਾਲ, ਸਾਨੂੰ ਆਪਣੇ ਬਣਾ ਲੈਂਦਾ ਅਤੇ ਉਹ ਸਾਡਾ ਬਣ ਜਾਂਦਾ ਹੈ, ਫਿਰ ਕਾਹਦੀ ਭੁੱਖ ਰਹਿ ਜਾਂਦੀ ਹੈ? ਫਿਰ ਤਾਂ ਭੁੱਖ ਹੀ ਨਹੀਂ। ਕਿਉਂਕਿ ਜੇ ਦਾਤਾ ਹੀ ਮਿਲ ਗਿਆ, ਸਾਰੇ ਸੰਸਾਰ ਦਾ ਜਿਹੜਾ ਇੱਕ ਦਾਤਾ ਹੈ, ਜਦੋਂ ਉਸ ਦੇ ਨਾਲ ਹੀ ਪਿਆਰ ਪੈ ਗਿਆ, ਉਸੇ ਨੇ ਸਾਨੂੰ ਆਪਣਾ ਬਣਾ ਲਿਆ, ਫਿਰ ਕਿਸ ਚੀਜ਼ ਦੀ ਭੁੱਖ ਰਹਿ ਗਈ? ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ, ਕਹਿੰਦੇ ਫਿਰ ਕਿਹੜੀ ਭੁੱਖ ਰਹਿ ਗਈ? ਤੂੰ ਮਨ ਵਸਿਆ ਲੱਗੇ ਨਾ ਦੁੱਖਾਂ। ਜਦ ਤੂੰ ਮਨ ਦੇ ਵਿੱਚ ਵਸ ਗਿਆ, ਫਿਰ ਮਨ ਨੂੰ ਕੋਈ ਦੁੱਖ ਨਹੀਂ ਲੱਗਦਾ। ਮਨ ਨੂੰ ਦੇਖੋ, ਇੱਕ ਮਨ ਦੇ ਦੁੱਖ ਨੇ, ਇੱਕ ਤਨ ਦੇ ਦੁੱਖ ਨੇ, ਦੋਨਾਂ ਦੇ ਵਿੱਚ ਫਰਕ ਹੈ। ਮਨ ਨੂੰ ਦੁੱਖ ਲੱਗਦਾ ਹੈ ਵਿਛੋੜੇ ਦਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਤੂਤ। ਵਿਛੋੜਾ ਖਤਮ ਹੋ ਗਿਆ ਜਦੋਂ ਮਿਲ ਗਿਆ ਪਿਆਰਾ, ਇਹ ਦੁੱਖ ਖਤਮ ਹੋ ਗਿਆ ਅਤੇ ਭੁੱਖ ਖਤਮ ਹੋ ਗਈ। ਪ੍ਰਭੂ ਦੇ ਦਰਸ਼ਨਾਂ ਦੇ ਨਾਲ ਮਨ ਤ੍ਰਿਪਤ ਹੋ ਜਾਂਦਾ ਹੈ ਅਤੇ ਜਮਾਂ ਦਾ ਡਰ ਖਤਮ ਹੋ ਗਿਆ। ਇਸ ਕਰਕੇ ਦੁੱਖ ਮਨ ਦੇ ਖਤਮ ਹੋ ਗਏ, ਮਨ ਦੀ ਭੁੱਖ ਵੀ ਖਤਮ ਹੋ ਗਈ, ਕਿਉਂਕਿ ਉਹ ਪ੍ਰਭੂ ਸਾਡਾ ਹੋ ਗਿਆ। ਇਹ ਰਹੋ ਪੰਕਤੀਆਂ ਨੇ। ਆਓ ਹੁਣ ਸ਼ਬਦ ਸ਼ੁਰੂ ਕਰਦੇ ਆਪਾਂ। ਨੌ ਨਿਧ ਤੇਰਾ ਸਗਲ ਧਨ। ਹੁਣ ਤਾਂ ਨੌ ਨਿਧ ਨਾਮ, ਸਾਰਾ ਖਜ਼ਾਨਾ ਹੀ ਉਸ ਪ੍ਰਭੂ ਦਾ ਪ੍ਰਾਪਤ ਹੋ ਗਿਆ, ਕਿਉਂਕਿ ਜਦੋਂ ਉਹ ਹੀ ਮਿਲ ਗਿਆ, ਉਹ ਹੀ ਮਨ ਦੇ ਵਿੱਚ ਵਸ ਗਿਆ। ਇੱਛਾ ਪੂਰਖ ਰੱਖੈ ਨਿਦਾਨ, ਉਹ ਇੱਛਾ ਪੂਰੀ ਕਰਨ ਵਾਲਾ ਹੈ। ਪਰ ਕਿਹਨਾਂ ਦੀ? ਕਿਹਨਾਂ ਨੂੰ ਰੱਖਦਾ ਹੈ? ਜਿਹੜੇ ਆਪਣੇ ਆਪ ਨੂੰ ਕੁਛ ਵੀ ਸਮਝਦੇ ਨਹੀਂ, ਜਿਹੜੇ ਕਹਿੰਦੇ ਵੀ ਅਸੀਂ ਤਾਂ ਨਿਦਾਨ ਹਾਂ, ਮੈਂ ਤਾਂ ਮੂਰਖ ਹਾਂ, ਮੈਨੂੰ ਕੋਈ ਗਿਆਨ ਨਹੀਂ ਹੈ। ਉਹਨਾਂ ਨੂੰ ਫਿਰ ਆਪ ਰੱਖਦਾ ਹੈ, ਉਹਨਾਂ ਦੀ ਇੱਛਾ ਵੀ ਪੂਰੀ ਕਰਦਾ ਹੈ। ਜਿਵੇਂ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਕੋਈ ਸਮਾਂ ਸੀ, ਅੱਜ ਤਾਂ ਖੈਰ ਆਪਾਂ ਦੇਖਦੇ ਹਾਂ ਕਿ ਇੱਕ ਦੋ ਬੱਚੇ ਨੇ, ਪਰ ਕੁਝ ਸਮਾਂ ਪਹਿਲਾਂ
ਬੱਚੇ ਜ਼ਿਆਦਾ ਹੋਇਆ ਕਰਦੇ ਸੀ ਮਾਂ ਬਾਪ ਦੇ ਕੋਲ, ਤੇ ਮਾਂ ਬਾਪ ਦੇਖਦਾ ਸੀ ਵੀ ਸਾਰਿਆਂ ਤੋਂ ਭੋਲਾ ਕਿਹੜਾ ਹੈ, ਜਿਸ ਨੂੰ ਸਾਰਿਆਂ ਤੋਂ ਘੱਟ ਸਿਆਣਾ ਹੈ। ਫਿਰ ਮਾਂ ਬਾਪ ਉਸ ਨੂੰ ਜ਼ਿਆਦਾ ਲੋਚਦਾ ਸੀ। ਦੇਖਦਾ ਸੀ ਵੀ ਦੂਜੇ ਤਾਂ ਸਿਆਣੇ ਨੇ, ਇਹ ਤਾਂ ਆਪਣਾ ਸਾਰਾ ਕੁਛ ਆਪ ਕਰ ਲੈਣਗੇ, ਲੇਕਿਨ ਇਹ ਵਿਚਾਰਾ ਭੋਲਾ ਹੈ। ਉਸਦੀ ਫਿਰ ਮਾਂ ਬਾਪ ਜ਼ਿਆਦਾ ਉਸਦੀ ਕੇਅਰ ਕਰਦੇ ਸੀ, ਜ਼ਿਆਦਾ ਉਸਦੇ ਬਾਰੇ ਸੋਚਦਾ ਸੀ, ਉਸ ਵੱਲ ਜ਼ਿਆਦਾ ਧਿਆਨ ਦਿੰਦਾ ਸੀ। ਜਿੱਥੇ ਕਿਤੇ ਪਰਿਵਾਰ ਅੱਡ ਵੀ ਹੋ ਜਾਂਦਾ, ਮਾਂ ਬਾਪ ਉਸੇ ਦੇ ਨਾਲ ਹੁੰਦੇ ਸੀ, ਕਿਉਂਕਿ ਉਹ ਸਮਝਦੇ ਸੀ ਕਿ ਇਸ ਨੂੰ ਲੋੜ ਹੈ। ਇੱਦਾਂ ਹੀ ਪ੍ਰਭੂ ਜਿਹੜੇ ਭੋਲੇ ਭਾਲੇ ਲੋਕ ਨੇ, ਜਿਹੜੇ ਸਮਝਦੇ ਨੇ ਕਿ ਸਾਨੂੰ ਇੰਨਾ ਗਿਆਨ ਨਹੀਂ, ਉਹਨਾਂ ਨੂੰ ਆਪ ਰੱਖਦਾ ਹੈ, ਉਹਨਾਂ ਨੂੰ ਫਿਰ ਆਪਣਾ ਖਜ਼ਾਨਾ ਦਿੰਦਾ ਹੈ। ਨਿਦਾਨ ਕਹਿੰਦੇ, ਜਿਹਨੂੰ ਆਪਾਂ ਕਹਿ ਦਿੰਦੇ ਬੇਸਮਝ, ਉਹਨਾਂ ਨੂੰ ਆਪ ਰੱਖਦਾ ਹੈ, ਉਹਨਾਂ ਦੀ ਇੱਛਾ ਫਿਰ ਪੂਰੀ ਕਰਦਾ ਹੈ। ਜੋ ਤੂੰ ਕਰਹਿ ਸੋਈ ਪ੍ਰਵਾਨ। ਫਿਰ ਉਹ ਆਪਣੀ ਮੱਤ ਨਹੀਂ ਕਰਦੇ ਵਿੱਚ, ਉਹ ਸਮਝਦੇ ਨੇ ਵੀ ਪ੍ਰਭੂ ਅਸੀਂ ਤਾਂ ਨਿਦਾਨ ਹਾਂ, ਸਾਨੂੰ ਪਤਾ ਨਹੀਂ, ਜੋ ਤੂੰ ਕਰਦਾ ਹੈ ਉਹ ਸਾਨੂੰ ਪ੍ਰਵਾਨ ਹੈ। ਕਿਉਂਕਿ ਜਿਵੇਂ ਜਿਹੜੇ ਸਿਆਣੇ ਹੁੰਦੇ ਉਹ ਮਾਂ ਬਾਪ ਦੇ ਘਰ ਵਿੱਚ ਟੋਕਾ ਟਾਕੀ ਕਰਦੇ, ਪਰ ਜਿਹੜਾ ਭੋਲਾ ਹੈ ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ, ਇਸ ਕਰਕੇ ਜੋ ਮੇਰਾ ਮਾਂ ਬਾਪ ਕਰਦਾ ਉਹ ਸਹੀ ਉਹ ਕਰਦਾ ਹੈ। ਇੱਦਾਂ ਹੀ ਜਿਹੜੇ ਪ੍ਰਭੂ ਦੇ ਪਾਣੇ 'ਚ ਆ ਜਾਂਦੇ ਨੇ, ਉਹਨਾਂ ਨੂੰ ਹੀ ਲਿਆਉਂਦਾ ਹੈ ਜਿਹੜੇ ਭੋਲੇ ਭਾਲੇ ਲੋਕ ਨੇ, ਅਤੇ ਉਹਨਾਂ ਨੂੰ ਆਪ ਰੱਖਦਾ ਹੈ। ਫਿਰ ਕਿਉਂਕਿ ਉਹ ਆਪਣੀ ਮੱਤ ਨਹੀਂ ਵਰਤਦੇ, ਫਿਰ ਜਿਵੇਂ ਪ੍ਰਭੂ ਚਲਾਉਂਦਾ ਹੈ, ਜਿਵੇਂ ਕਰਾਉਂਦਾ ਉਵੇਂ ਕਰਦੇ ਨੇ, ਉਹੀ ਉਹਨਾਂ ਨੂੰ ਪ੍ਰਵਾਨ ਹੈ। ਜੋ ਤੂੰ ਕਰਹਿ ਸੋਈ ਪ੍ਰਵਾਨ, ਸਾਚੇ ਸਾਹਿਬ ਤੇਰਾ ਸੱਚ ਫਰਮਾਨ। ਹੇ ਸੱਚੇ ਸਾਹਿਬ ਪ੍ਰਭੂ, ਤੇਰਾ ਫਰਮਾਨ ਵੀ ਸੱਚਾ ਹੈ, ਜੋ ਤੂੰ ਕਰੇਗਾ ਉਹੀ ਸਾਨੂੰ ਪ੍ਰਵਾਨ ਹੈ, ਕਿਉਂਕਿ ਸਾਡਾ ਕੁਛ ਨਹੀਂ ਹੈ, ਸਭ ਕੁਛ ਤੇਰਾ ਹੈ। ਜਾਂ ਤੁਧ ਭਾਵੈ ਤਾਂ ਹਰ ਗੁਣ ਗਾਊਂ। ਜਦ ਤੈਨੂੰ ਭਾਵੇ, ਜਦ ਤੂੰ ਗਵਾਏਗਾ ਫਿਰ ਹੀ ਹਰੀ ਤੇਰੇ ਮੈਂ ਗੁਣ ਗਾਊਂਗਾ, ਆਪ ਨਹੀਂ ਗਾ ਸਕਦਾ। ਜੋ ਤੁਧ ਭਾਵੈ ਤਾਂ ਹਰ ਗੁਣ ਗਾਊਂ, ਤੇਰੇ ਘਰ ਸਦਾ ਸਦਾ ਹੈ ਨਿਉ। ਕਿਉਂਕਿ ਤੇਰੇ ਘਰ ਦੇ ਵਿੱਚ ਸਦਾ ਨਿਉ ਹੈ, ਅਨਿਆਂ ਕਿਸੇ ਦੇ ਨਾਲ ਨਹੀਂ ਹੈ। ਇਸ ਕਰਕੇ ਜਦੋਂ ਕੋਈ ਜੀਵ ਆਉਂਦਾ ਹੈ, ਜਦੋਂ ਤੂੰ ਹੁਕਮ ਕਰਦਾ ਹੈ, ਮੈਨੂੰ ਗਾਉਂਦਾ ਹੈ, ਤਾਂ ਹੀ ਮੈਂ ਗਾਉਂਦਾ ਹਾਂ। ਆਪਣੇ ਆਪ ਮੈਂ ਨਹੀਂ ਗਾ ਸਕਦਾ, ਕਿਉਂਕਿ ਮੈਨੂੰ ਪਤਾ ਹੀ ਨਹੀਂ ਹੈ, ਮੈਂ ਗਾ ਹੀ ਨਹੀਂ ਸਕਦਾ। ਜਿਹੜਾ ਕੰਮ ਮੈਂ ਕਰ ਹੀ ਨਹੀਂ ਸਕਦਾ, ਜਦ ਤੂੰ ਕਰਾਏਗਾ, ਕਿਉਂਕਿ ਤੂੰ ਅਪੁੱਲ ਹੈ, ਤੂੰ ਸਮਰੱਥ ਹੈ, ਜਦੋਂ ਤੂੰ ਕਰਾਏਗਾ ਫਿਰ ਹੀ ਕਰੇਗਾ, ਮੈਂ ਨਹੀਂ ਕਰ ਸਕਦਾ। ਸਾਚੇ ਸਾਹਿਬ ਅਲਖ ਅਪੇਬ। ਉਹ ਸੱਚਾ ਸਾਹਿਬ ਹੈ, ਉਹ ਅਲਖ ਹੈ, ਉਹ ਅਪੇਬ ਹੈ। ਨਾਨਕ ਲਾਇਆ ਲਾਗਾ ਸੇਵ। ਇਸ ਕਰਕੇ ਜਿਹਨੂੰ ਆਪ ਸੇਵਾ ਦੇ ਵਿੱਚ ਲਾਉਂਦਾ ਹੈ, ਉਹਦੀ ਸੇਵਾ ਦੇ ਵਿੱਚ ਲੱਗਦਾ ਹੈ। ਉਹ ਫਿਰ ਜਿਵੇਂ ਚਲਾਉਂਦਾ ਹੈ ਉਵੇਂ ਜੀਵ ਚੱਲਦਾ ਹੈ। ਪਰ ਜਿਹਦੇ ਮਨ ਵਿੱਚ ਹੀ ਵਸ ਜਾਂਦਾ ਹੈ, ਉਸ ਨੂੰ ਫਿਰ ਭੁੱਖ ਨਹੀਂ ਹੈ, ਕਿਉਂਕਿ ਉਹਦਾ ਰਾਖਾ ਆਪ ਹੋ ਜਾਂਦਾ ਹੈ। ਜਾ ਕੋ ਮੀਤ ਸਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਜਿਹਦਾ ਮੀਤ ਸੱਜਣ ਹੀ ਪ੍ਰਭੂ ਬਣ ਜਾਂਦਾ ਹੈ, ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਉਹ ਜੇ ਉਸਦੇ ਕੋਲ ਖਾਣ ਨੂੰ ਦਾਣੇ ਵੀ ਨਹੀਂ ਹਨ, ਰੁੱਖਾ ਭੋਜਨ ਖਾਂਦਾ ਹੈ, ਜੇ ਧਰਤੀ 'ਤੇ ਹੀ ਪੈਂਦਾ ਹੈ, ਝੁੰਗੀ ਝੋਪੜੀ 'ਚ ਰਹਿੰਦਾ ਹੈ, ਪਰ ਜੇ ਪ੍ਰਭੂ ਦੇ ਨਾਲ ਪਿਆਰ ਹੈ, ਪ੍ਰਭੂ ਦੇ ਮਨ 'ਚ ਵਸਿਆ ਹੈ, ਤਾਂ ਉਹ ਸਮਝ ਲਓ ਵੀ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਜੇਕਰ ਪ੍ਰਭੂ ਮਨ ਵਿੱਚ ਨਹੀਂ ਵਸਿਆ, ਚਾਹੇ ਅਸੀਂ ਇੱਥੇ ਅਰਬਪਤੀ ਹਾਂ, ਫਿਰ ਵੀ ਅਸੀਂ ਨਿਰਧਨ ਹਾਂ, ਫਿਰ ਵੀ ਅਸੀਂ ਕੰਗਾਲ ਹਾਂ। ਬਿਨ ਨਾਵੈ ਸਭ ਕੋ ਹੈ ਨਿਰਧਨ। ਇਸ ਕਰਕੇ ਨਾਮ ਬਹੁਤ ਵੱਡਾ ਖਜ਼ਾਨਾ ਹੈ, ਪ੍ਰਭੂ ਦਾ ਸੱਚਾ ਖਜ਼ਾਨਾ ਹੈ। ਐਸਾ ਖਜ਼ਾਨਾ ਜਿਹਨੂੰ ਨਾ ਅਗਨ ਜਾਲ ਸਕਦੀ ਹੈ, ਨਾ ਅਗਨ ਦੇ ਵਿੱਚ ਜਲਦਾ ਹੈ, ਨਾ ਪਾਣੀ 'ਚ ਡੁੱਬਦਾ ਹੈ, ਨਾ ਸੰਗ ਛੱਡ ਕੇ ਸਾਡਾ ਸਾਥ ਛੱਡ ਕੇ ਜਾਂਦਾ ਹੈ। ਲੋਕ ਵੀ ਨਾਲ ਨਿਭਦਾ ਹੈ,
परलोक भी नल जाता है। सो ऐसे तन नूं आपां हिरदे च वसाउणा है गुर दे ज्ञान द्वारा। आओ हुण आपां अभ्यास करते हैं कि वसना किवें है, क्योंकि कहण सुण दे नाल नहीं ਧਿਆ के वसना है। गुर नूं समझ के हिरदे च वसा लेना है। फिर जदों ਧਿਆਵਾਂਗੇ प्यार पावांगे फिर वसदा है। एक बारी मन विच वस गया बस फिर साडी महिमा कही नहीं जा सकती। जे किणका भी साडे मन विच वस गया, किणका एक जीजी वसावै ताकि महिमा गनी ना आवे। सो आओ प्यारिओ, करना की है, मन जिहड़ा साडा रोज़ तां आउणा जाणा किवें है, क्योंकि ये सामने साडा घर है। सुन, ये शरीर जिहड़ा है ये बगाना है, ये दूजा माया दा देश है, इसनूं परदेश कह दिता है। हुण मन जिउं ही इस पौण विच आउंदा है, इत्थे दा पौण गुरु है, संसार दा पौण च मिल जांदा है, नेत्रां च बैठदा है ते माया दे देश च आ जांदा ते माया नूं देखदा है। जो भी दिसदा सब माया है, जिहड़ी अखां नाल दिसदी है माया है। जो परमेश्वर दी परछाई है, परछाई कदों हुंदी है? जदों कोई जीव हाजिर हुंदा है, फिर उसकी परछाई भी हुंदी है। इदां ही जे ये माया उसकी परछाई है, इसका मतलब परमेश्वर भी इत्थे ही है, इस करके उसकी परछाई दिसती है। पर सानू वो नहीं दिसदा, जिन्हां जीवां नूं ज्ञान नहीं उन्हां नूं वो नहीं दिसदा। इस करके वो बगाने देश च आके संसार नूं देखते ने ते प्रभु नूं भुल जांदा है मन। कित्थों आया, पौण च मिलिया, नेत्रां च बैठिया ते संसार नूं देखण लग गया, माया दे विच आ गया, पौण दे विच आ गया। पौण गुरु है। हुण आपां ने शब्द नूं गुरु बनाउणा हुंदा है, ज्ञान नूं गुरु बनाउणा है, पौण नूं नहीं। गुरु शब्द फिर सानू कित्थों लै जांदा है? रब कित्थों होनी है? पौण तो। सच्चे गुर दी मत लैके, जिवें गुरु नानक साहब महाराज नूं जदों जोगियां ने पुछया तेरा कवन गुरु जिसका तू चेला, तेरा गुरु कौन है जिहदा तू चेला है? तो फिर गुरु नानक साहब जी मर दस्या कि साडी आरंभता पौण तो हुंदी है, सच्चे गुर दा ज्ञान है, शब्द गुरु है ते सुरती चेला है। की समझाउंदे ने? पवन आरंभ सतगुर मत वेला, शब्द गुरु सुरत तुन चेला। शब्द गुरु है ते सुरती चेला बनदी, पर शब्द दी तुन दे विच चलदी है। इस करके शब्द गुरु है, साडा ज्ञान गुरु है। हुण ज्ञान सानू पौण तो ही अगे चलदा है। हुण आपां की करना? जिहड़ा मन साडा नेत्रां च है, दो नेत्र ने, आपां सब तो पहला कित्थे आउणा है? जिथों सानू पौण आउंदी है। आरंभता कित्थों करनी? पौण तो ही। फिर अगे सच्चा गुर किवें आपां अगे चलना है, इस मत नूं धुन दे विच मैं आवाज़ देऊँगा, मेरी आवाज़ नूं सुन के सुरती नूं चलाउणा है। पहला आपां कित्थे आउंदे? इस पॉइंट ते, दोनां नेत्रां नूं इस पॉइंट ते दृष्टि फोकस करके ये देखना है कि असीं एक दृष्ट हाँ कि दो दृष्ट हाँ। इत्थे दृष्टि फोकस करन दे नाल, इत्थे नेत्र सम करके देखण दे नाल, जेकर सानू अपना नक दिसदा है असीं दो दृष्ट हाँ। जे नक नज़र नहीं आउंदा असीं एक दृष्ट हाँ, एक जोत हाँ। जे नज़र आउंदा है दो दृष्ट हाँ। फिर दो दृष्टि च आपां इह देखना है कि किस पासे साडा ध्यान ज़्यादा है, सज्जे है, खब्बे है, जां दोनों पासे तो है। इन्ना आपां देखना है।
फिर मैं आप जी ਨੂੰ आवाज़ देवांगा कि ध्यान सामने लैके आओ। मेरे वाल देख लो किवें करना। पहले इस पॉइंट ते सम करके ये देखना है कि सानू नक दिसदा जां नहीं। जे दिसदा है किस पासे दिसदा, सज्जे खब्बे जां दोनों पासे तो विचाले, इन्ना देखना है। फिर मैं आप जी ਨੂੰ आवाज़ देवांगा कि ध्यान सामने लैके आओ। फिर आपां सामने देखना। फिर मैं आप जी ਨੂੰ आवाज़ देवांगा कि ध्यान मस्तक के सामने लै जाओ। फिर आप पलका उत्ते चुकते हैं। फिर मैं जदों कहांगा सामने, फिर सामने लै आना है। फिर जदों कहांगा सम करके देखो, फिर इस पॉइंट ते सम करके देखना है। जेकर पहला नज़र आउंदा कोई नवां जीव, क्योंकि संगत जिहड़ी है सारी एक दृष्ट है। अगर कोई नवां जीव है, कोई पहली बारी आउंदा है, दूजी बारी जिसनूं नहीं पता, उसने फिर वापस आके जे नक नज़र आउंदा सी, फिर ये देखना आके कि हुण नज़र आउणों हट गया जां हुण भी आउंदा। क्योंकि जे नज़र आउणों हट गया तो फिर समझ लो कि असीं एक दृष्ट हो गए। जेकर नज़र आउंदा फिर एक दृष्ट नहीं होए। सो आओ आपां देखीए सम करके अपने आप नूं पहला, फिर अगे ध्यान लावांगे। दोनों नेत्रां नूं इस पॉइंट ते सम करके फोकस करके देखो कि सानूं नक नज़र आउंदा है जां नहीं। जे आउंदा किस पासे तो आउंदा है, किहो जिहा आउंदा है, ये देखना हुंदा है। सामने लेके आइए ध्यान, सामने देखो। मस्तक दे सामने लै जो, पलकां उत्ते चुक दो। फिर सामने लै आइए। फिर सम करके देखिए नक ते, दृष्टि नूं फोकस करके हुण देखिए। जेकर कोई नवां जीव, जे नक दिसदा सी पहला, हुण देखना है कि नज़र आउणों हट गया जां खब्बे पासे, इस पासे एक हल्की हल्की परछाई जी सानूं नज़र आ सकती है। बिल्कुल हल्का हल्का जिहा, क्योंकि खब्बे पासे सानूं पहला चमक आउणी है, प्रकाश आउणा है। नक दे खब्बे पासे साडा प्रकाश होना है। नीचे लै जो ध्यान, बिल्कुल रिलैक्स नीचे, जिथे आप बैठे जो थले को विछया है कपड़ा,
उस तो थोड़ा ऊपर देखण दी आपां कोशिश करनी है, निराकार दे विच, स्पेस दे विच। ते इत्थे सानू उस कपड़े तो ऊपर प्रकाश दी हलचल अनुभव होनी शुरू होएगी। जिवें सरोवर च जल दीयां लहरां हुंदियां, इत्थे प्रकाश दी एक हलचल सानू अनुभव होएगी, जिस नूं आपां देखी जाना, जिस नूं ध्याउणा है, ध्यान लगाउणा है। फिर सम करके देखिए अपने आप को, फिर दृष्टि फोकस करके अपने आप को देखिए। फिर नीचे ले जाओ ध्यान।
सामने लेके आइए ध्यान, सामने देखिए। मस्तक दे सामने लै जाओ, पलक उत्ते चुक। फिर सामने लेके आइए ध्यान। नीचे लाए जो ध्यान,
ਸਮ ਕਰਕੇ ਦੇਖੇ ਆਪਣੇ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਹਿਰਦੇ ਦੇ ਵਿੱਚ ਇਸ ਗਿਆਨ ਨੂੰ ਵਸਾਉਣਾ ਹੈ, ਮਨ ਨੂੰ ਇੱਧਰ ਲਾਉਣਾ ਹੈ। ਇਹ ਸੱਚਾ ਗੁਰ ਹੈ, ਇਸ ਦੀ ਸੇਵਾ ਕਰਕੇ ਹੀ ਸਾਰਾ ਫਲ ਮਿਲਣਾ ਹੈ। ਪਰ ਤਾਂ ਹੀ ਜੀਵ ਲੱਗਦਾ ਹੈ ਜੇ ਪ੍ਰਭੂ ਦਇਆ ਕਰਦਾ ਹੈ, ਪ੍ਰਭੂ ਕਿਰਪਾ ਤੇ ਇਹ ਮਨ ਲਾਈ, ਸਤਿਗੁਰ ਸੇਵ ਸਭੈ ਫਲ ਪਾਈ। ਸੋ ਇੰਨਾ ਕੁ ਗਿਆਨ ਹੈ ਕਿ ਨੇਤਰ ਸਮ ਕਰਨੇ, ਇਸ ਪੁਆਇੰਟ 'ਤੇ ਫਿਰ ਨੀਚੇ ਲੈ ਜਾਣਾ, ਫਿਰ ਆਪਣੇ ਆਪ ਨੂੰ ਪਹਿਚਾਨਣਾ ਹੈ। ਜਦੋਂ ਸਾਡਾ ਮੁੱਖ ਪ੍ਰਕਾਸ਼ ਹੋ ਗਿਆ, ਇਸ ਪਾਸੇ ਸਾਡੇ ਪ੍ਰਕਾਸ਼ ਹੋ ਜਾਣਾ ਹੈ, ਜੋਤ ਪ੍ਰਗਟ ਹੋ ਜਾਣੀ ਹੈ। ਆਪਣੀ ਜੋਤ ਨੂੰ ਦੇਖ ਕੇ ਸਾਹਮਣੇ ਦੇਖਾਂਗੇ ਉਹੀ ਪ੍ਰਕਾਸ਼ ਹੈ, ਰਮਿਆ ਹੈ ਸਾਰੇ ਥਾਂ 'ਤੇ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਹੀਂ ਹੈ। ਤਿਉਂਦੇ ਤਿਉਂਦੇ ਮੁੱਖ ਉਜਲ ਹੋਏਗਾ ਤੇ ਅਸੀਂ ਮੁਕਤੀ ਨੂੰ ਪ੍ਰਾਪਤ ਕਰਾਂਗੇ। ਲੋਕ ਵੀ ਸੁਖੀ ਹੋਏਗਾ ਤੇ ਪਰਲੋਕ ਸੁਹੇਲਾ ਹੋ ਜਾਏਗਾ। ਸੋ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।